सतनाम श्री वाहेगुरु साहिब जीओ। धन 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 जन आया, जिस प्रसाद सब जगत तराया। जो जानै तिस सदा सुख होए, आप मिलाए लए प्रभ सोए। श्लोक। आद सच जुगाद सच, है भे सच, नानक होसी भे सच। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। महाराज बाबा श्री चंद जी ਨੂੰ ਬਾਰਠ ਵਿੱਚ ਆਇਆਂ ਨੂੰ 1 ਸਾਲ ਤੋਂ ਵਧੇਕ ਹੋਣ ਲੱਗਾ ਸੀ। ਇੱਥੇ ਬਾਬਾ ਧਰਮਚੰਦ ਜੀ ਵੀ ਆਪਣੇ ਦਾਦਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਨਕੇ ਘਰ ਦੇ ਬੱਚਿਆਂ ਨਾਲ ਪਰਚੇ ਰਹਿੰਦੇ ਸਨ ਅਤੇ ਆਪ ਦੇ ਸੱਜਣ ਪਿਆਰੇ ਵੀ ਦੋਵੇਂ ਵੇਲੇ ਆ ਕੇ ਦਰਸ਼ਨ ਸਤਸੰਗ ਕਰਦੇ। ਇੱਧਰ ਇਹਨਾਂ ਦੇ ਪ੍ਰੇਮ ਵਸੀ ਹੋ ਕੇ ਬਾਬਾ ਸ਼੍ਰੀ ਚੰਦ ਜੀ ਅਜੇ ਬਾਰਠ ਵਿੱਚ ਹੀ ਸਨ। ਉੱਧਰ ਸ਼੍ਰੀ ਖਡੂਰ ਸਾਹਿਬ ਵਿੱਚ ਸੰਮਤ 1609 ਦੀ ਚੇਤ ਸੁਦੀ ਚੌਥ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਗਏ ਅਤੇ ਆਪਣੀ ਥਾਂ ਗੁਰਿਆਈ ਦੀ ਗੱਦੀ ਉੱਤੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਬਿਠਾਇਆ। ਸ਼੍ਰੀ ਗੁਰੂ ਅਮਰਦਾਸ ਜੀ ਜੋ ਗੁਰਗੱਦੀ ਮਿਲਣ ਤੋਂ ਪਹਿਲਾਂ ਪਿੰਡ ਬਾਸਰ ਕੇ ਵਸਦੇ ਸਨ ਅਤੇ ਯਾਤਰੂ ਹੋ ਕੇ 20 ਵਾਰੀ ਨੰਗੇ ਪੈਰੀ ਜਾ ਕੇ ਗੰਗਾ ਜੀ ਤੀਰਥ ਉੱਤੇ ਇਸ਼ਨਾਨ ਦਾਨ ਕਰਦੇ ਰਹੇ। ਹੁਣ 13-14 ਸਾਲ ਪਿੱਛੋਂ ਗੁਰੂ ਰੂਪ ਵਿੱਚ ਲੋਕ ਭਲੇ ਹਿੱਤ ਤੀਰਥ ਯਾਤਰਾ ਕਰਨ ਦਾ ਫੇਰ ਖਿਆਲ ਆਇਆ। ਜੈਸਾ ਕਿ ਗੁਰੂ ਨਾਨਕ ਸਾਹਿਬ ਨੇ ਹਰਿਦੁਆਰ ਅਤੇ ਕੁਰੂਕਸ਼ੇਤਰ ਆਦਿਕ ਥਾਵਾਂ ਉੱਤੇ ਜਾ ਕੇ ਕੁਦਰਤੀ ਜਮ੍ਹਾਂ ਹੋਏ ਲੋਕਾਂ ਨੂੰ ਇਹ ਉਪਦੇਸ਼ ਸੁਣਾਇਆ ਸੀ। ਤੀਰਥ ਨਾਤਾ ਕਿਆ ਕਰੇ, ਮਨ ਮੈਂ ਮੈਲ ਗੁਮਾਨ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਤੀਰਥ ਮਜਨ ਗੁਰ ਵਿਚਾਰਾ, ਅੰਤਰ ਪੂਜਾ ਥਾਨ ਮੁਰਾਰਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਫਿਰ ਰਾਜਾ ਭਰਥਰੀ ਜੋਗੀ ਪ੍ਰਥਾਏਂ ਵੀ ਆਪਣਾ ਮਤ ਸਿਧਾਂਤ ਇਉਂ ਦੱਸਿਆ ਸੀ। ਸੁਣ ਭਰਥਰ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਸ਼੍ਰੀ ਗੁਰੂ ਅਮਰਦਾਸ ਜੀ ਹੁਣ ਉਸੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਤੀਜੇ ਰੂਪ ਵਿੱਚ ਗੱਦੀ ਨਸ਼ੀਨ ਸਨ, ਜਦ ਕਿ ਲੋਕਾਂ ਦੇ ਉਦਾਹਰਨ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਦੀ ਤੀਰਥ ਯਾਤਰਾ ਸ਼ੁਰੂ ਕੀਤੀ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ। ਮਾਰਗ ਪੰਥ ਚਲੇ ਗੁਰ, ਸਤਿਗੁਰ ਸੰਗ ਸਿੱਖਾ। ਇਸ ਵਾਰੀ ਸ਼੍ਰੀ ਗੁਰੂ ਅਮਰਦਾਸ ਜੀ ਇਕੱਲੇ ਤੀਰਥਾਂ ਨੂੰ ਨਹੀਂ ਚੱਲੇ ਸਨ, ਬਲਕਿ ਵੱਡੇ ਸਪੁੱਤਰ ਬਾਬਾ ਮੋਹਣ ਜੀ ਜੋ 20 ਸਾਲਾਂ ਦੇ ਅਤੇ ਭਾਈ ਜੇਠਾ ਜੀ ਜੋ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਜਾਣੇ ਜਾਂਦੇ ਹਨ ਤੇ ਹੋਰ ਵੀ ਕਈ ਸਿੱਖ ਨਾਲ ਸਨ। ਗੁਰੂ ਜੀ ਵਾਸਤੇ ਹੁਣ ਸਭ ਤੋਂ ਵੱਡਾ ਤੀਰਥ, ਸਭ ਤੋਂ ਵੱਡੇ ਸਤਿਗੁਰੂ ਨਾਨਕ ਦਾ ਦੇਹੋਰਾ ਅਤੇ ਉੱਥੇ ਦੀ ਖੂਹੀ ਸਰਜੀ ਦਾ ਇਸ਼ਨਾਨ ਸੀ। ਸ਼੍ਰੀ ਗੋਬਿੰਦਵਾਲ ਤੋਂ ਚੱਲ ਕੇ ਪਹਿਲੇ ਆਪ ਡੇਰਾ ਬਾਬਾ ਨਾਨਕ ਆਏ। ਇੱਥੋਂ ਦੇ ਦਰਸ਼ਨ ਇਸ਼ਨਾਨ ਮਗਰੋਂ ਫਿਰ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਟਾਹਲੀ ਸਾਹਿਬ ਤੇ ਕੁਟੀਆ ਵੇਖੀ। ਫਿਰ ਆਪ ਜੀ ਨੇ ਬਾਰਠ ਜਾ ਕੇ ਪ੍ਰਤੱਖ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ। ਸ਼੍ਰੀ ਚੰਦ ਪ੍ਰਕਾਸ਼ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਿਰਧ ਸਰੂਪ ਸ਼੍ਰੀ ਗੁਰੂ ਅਮਰਦਾਸ ਜੀ ਨੇ ਜਦ ਜਟਾਧਾਰੀ ਸ਼ੁੱਧ ਬ੍ਰਹਮਚਾਰੀ ਜਤੀ ਸਤੀ ਤਪਸਵੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ ਤਦ ਗਦਗਦ ਹੋ ਗਏ ਤੇ ਪ੍ਰੇਮ ਵਿੱਚ ਭਰੇ ਗਏ, ਕਿਉਂਕਿ ਆਪ ਜੀ ਪਹਿਲੇ ਹੀ ਤੀਰਥਾਂ ਦੇ ਇਸ਼ਨਾਨ ਦਾਨ ਅਤੇ ਸਾਧੂ ਸੰਗਤ ਦੇ ਸ਼ੌਕੀਨ ਸਨ। ਅੱਜ ਅੰਮ੍ਰਿਤ ਵੇਲੇ ਹੀ ਆਪਣੇ ਪ੍ਰੀਤਮ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੇ
ਸਾਧੂ ਰੂਪ ਵਿੱਚ ਦਰਸ਼ਨ ਕਰਕੇ ਬਹੁਤ ਨਿਹਾਲ ਹੋਏ ਅਤੇ ਰਾਮਕਲੀ ਰਾਗ ਵਿੱਚ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸ ਪੌੜੀ ਦਾ ਉਚਾਰਨ ਕਰਕੇ ਸੁਣਾਇਆ ਅਤੇ ਭੇਟਾ ਧਰ ਨਮਸਕਾਰਾਂ ਕੀਤੀਆਂ। ਇਸੇ ਤਰ੍ਹਾਂ ਸ਼੍ਰੀ ਬਾਬਾ ਜੀ ਨੇ ਵੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਆਪਣੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਂਗੂ ਬਿਰਧ ਸਰੂਪ ਤੇ ਉਹਨਾਂ ਦੀ ਜੋਤ ਕਲਾ ਨਾਲ ਪ੍ਰਕਾਸ਼ਿਤ ਤੀਜੇ ਰੂਪ ਵਿੱਚ ਗੁਰਗੱਦੀ ਨਸ਼ੀਨ ਸਤਿਗੁਰੂ ਜਾਤਾ ਅਤੇ ਸੁੰਦਰ ਆਸਨ ਵਿਛਵਾ ਕੇ ਸੱਜੇ ਬਹਾਇਆ। ਨਾਲ ਹੀ ਫਰਮਾਇਆ ਕਿ ਇਸ ਆਨੰਦਮਈ ਬਾਣੀ ਨੂੰ ਪੂਰਨ ਰੂਪ ਵਿੱਚ ਸੁਣਾ ਕੇ ਨਿਹਾਲ ਕਰੀਏ। ਤਦ ਸ਼੍ਰੀ ਗੁਰੂ ਅਮਰਦਾਸ ਜੀ ਨੇ 40 ਪੌੜੀਆਂ ਪੂਰਾ ਆਨੰਦ ਸਾਹਿਬ ਸੁਣਾ ਕੇ ਸ਼੍ਰੀ ਬਾਬਾ ਜੀ ਦੀਆਂ ਖੁਸ਼ੀਆਂ ਪਾਈਆਂ। ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਸ਼੍ਰੀ ਆਨੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਇਹ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਅਤੇ ਪੋਤਰੇ ਦਾ ਨਾਮ ਵੀ ਆਨੰਦ ਰੱਖਿਆ। ਸੋ ਇਸੇ ਪ੍ਰਕਾਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਵੇਲੇ ਵੀ ਇਹ ਬਾਣੀ ਪੜ੍ਹ ਕੇ ਬਾਬਾ ਸ਼੍ਰੀ ਚੰਦ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਪੁੱਤਰ ਸ਼੍ਰੀ ਮੋਹਨ ਜੀ ਵਿੱਚ ਵੀ ਬੜੀ ਨਿਮਰਤਾ ਅਤੇ ਜਗਿਆਸਾਪਨ ਵੇਖਿਆ। ਤਦ ਗੁਰੂ ਜੀ ਨੂੰ ਆਖਿਆ, ਇਹ ਬੇਟਾ ਸਾਨੂੰ ਦੇ ਦਿਓ। ਗੁਰੂ ਜੀ ਨੇ ਹੱਥ ਜੋੜੇ ਤੇ ਕਿਹਾ, ਮਹਾਰਾਜ ਜੀ ਅੱਗੇ ਹੀ ਸਭ ਕੁਝ ਆਪ ਦਾ ਹੈ। ਇਉਂ ਆਖ ਕੇ ਮੱਥਾ ਟਿਕਾ ਦਿੱਤਾ। ਸ਼੍ਰੀ ਬਾਬਾ ਜੀ ਨੇ ਉਸੇ ਵੇਲੇ ਸ਼੍ਰੀ ਮੋਹਨ ਜੀ ਨੂੰ ਇਕਾਂਤ ਵਿੱਚ ਬਿਠਾ ਕੇ ਇੱਕ ਓੰਕਾਰ ਸਤਨਾਮ ਦਾ ਮੂਲ ਮੰਤਰ ਸੁਣਾਇਆ ਤੇ ਜਾਪ ਸਿਮਰਨ ਰੀਤ ਵੀ ਸਿਖਾਈ ਅਤੇ ਨਾਲ ਹੀ ਇਸ ਵਿਰਾਟ ਰੂਪ ਦੀ ਅਸਲੀਅਤ ਸਮਝਾ ਕੇ ਓੰਕਾਰ ਸੋਹੰ ਗਿਆਨ ਦਾ ਨਿਸ਼ਚੈ ਰੱਖਣਾ ਤੇ ਬ੍ਰਹਮਦਰਸ਼ੀ ਹੋਣਾ ਦੱਸ ਕੇ ਆਪਣਾ ਉਦਾਸੀ ਚੇਲਾ ਬਣਾ ਲਿਆ। ਬਾਬਾ ਸ਼੍ਰੀ ਚੰਦ ਜੀ ਦੀ ਹੁਣ ਤੱਕ ਲਗਭਗ 60 ਸਾਲ ਦੀ ਉਮਰ ਅਤੇ ਸਾਧਨਾ ਤਪੱਸਿਆ ਮਗਰੋਂ ਉਹਨਾਂ ਦੇ ਸ਼ਬਦ ਬਾਣ ਦਾ ਸ਼ਾਇਦ ਇਹ ਪਹਿਲਾ ਨਿਸ਼ਾਨਾ ਸੀ ਜੋ ਗੁਰੂ ਪੁੱਤਰ ਹੁੰਦਿਆਂ ਆਪ ਜੀ ਨੇ ਗੁਰੂ ਪੁੱਤਰ ਮੋਹਨ ਜੀ ਉੱਤੇ ਚਲਾਇਆ। ਭਲਾ ਇਹ ਬਾਣ ਕਿਵੇਂ ਖੱਤਾ ਜਾ ਸਕਦਾ। ਸ਼੍ਰੀ ਮੋਹਨ ਜੀ ਦੀ ਬਿਰਤੀ ਅੰਤਰਮੁਖ ਜੁੜ ਗਈ। ਉਹ ਨਾਮੀ ਦੇ ਨਿਰਗੁਣ ਬ੍ਰਹਮ ਸਰੂਪ ਵਿੱਚ ਲੀਨ ਹੋ ਗਏ ਤੇ ਦਿਨ ਭਰ ਬੈਠੇ ਨਾਮ ਰਸ ਪੀਂਦੇ ਰਹੇ। ਸ਼੍ਰੀ ਗੁਰੂ ਅਮਰਦਾਸ ਜੀ ਅਤੇ ਨਾਲ ਆਏ ਸਾਰੇ ਸਿੱਖਾਂ ਨੇ ਸ਼੍ਰੀ ਬਾਬਾ ਜੀ ਦੇ ਮੰਤਰ ਉਪਦੇਸ਼ ਦਾ ਸ਼੍ਰੀ ਮੋਹਨ ਜੀ ਉੱਤੇ ਗੂੜਾ ਅਸਰ ਹੋਇਆ ਅਨੁਭਵ ਕੀਤਾ ਤਾਂ ਨਿਹਾਲ ਹੋਏ। ਸਤਿਗੁਰੂ ਜੀ ਪੂਰੇ 14 ਦਿਨ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਬਾਰਠ ਸਾਹਿਬ ਵਿੱਚ ਰਹੇ। ਫਿਰ ਖੁਸ਼ੀਆਂ ਪਾ ਕੇ ਪਹਿਲੇ ਕੁਰੂਕਸ਼ੇਤਰ ਵੱਲ ਨੂੰ ਚੱਲਣ ਲੱਗੇ। ਤਦ ਬਾਬਾ ਜੀ ਨੇ ਆਪਣੇ ਪਾਸੋਂ ਗੁਰਬਾਣੀ ਦੀਆਂ ਕੁਝ ਸੰਚੀਆਂ ਤੇ ਸਾਖੀਆਂ ਲਿਖੀਆਂ ਸ਼੍ਰੀ ਮੋਹਨ ਜੀ ਨੂੰ ਇਹ ਆਖ ਕੇ ਦਿੱਤੀਆਂ ਕਿ ਅਸੀਂ ਵੀ ਹੁਣ ਲੰਮੀ ਦੇਸ਼ ਯਾਤਰਾ ਕਰਨੀ ਹੈ ਤੇ ਇਹ ਅਮੁੱਲ ਵਸਤੂ ਕਿਤੇ ਗੁੰਮ ਨਾ ਹੋ ਜਾਏ। ਤੁਸੀਂ ਆਪਣੇ ਪਿਤਾ ਜੀ ਦੀ ਬਾਣੀ ਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਵੀ ਟੋਲ ਕੇ ਸੰਭਾਲ ਰੱਖਣੀ ਕਿ ਜ਼ਰੂਰੀ ਚੀਜ਼ ਗੁਰਾਂ ਦੀ ਆਤਮਾ ਹੈ। ਸ਼੍ਰੀ ਮੋਹਨ ਜੀ ਨੇ 7 ਵਚਨ ਕਿਹਾ ਤੇ ਸੰਚੀਆਂ ਸਾਖੀਆਂ ਸੰਭਾਲ ਕੇ ਚਾਲੇ ਪਾ ਦਿੱਤੇ। ਸ਼੍ਰੀ ਮੋਹਨ ਜੀ ਉੱਤੇ ਬਾਬਾ ਸ਼੍ਰੀ ਚੰਦ ਜੀ ਦੇ ਮੰਤਰ ਉਪਦੇਸ਼ ਦਾ ਬਹੁਤ ਅਸਰ ਹੋਇਆ। ਇਹਨਾਂ ਨੇ ਤੀਰਥ ਯਾਤਰਾ ਤੋਂ ਮੁੜ ਆ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਵੀ ਬੜੇ ਯਤਨਾਂ ਨਾਲ ਹਾਸਲ ਕੀਤਾ ਅਤੇ ਆਪਣੇ ਪਿਤਾ ਸਤਿਗੁਰੂ ਜੀ ਦੀ ਬਾਣੀ ਵੀ ਸੰਚਿਤ ਕਰਦੇ ਰਹੇ। ਨਾਲ ਹੀ ਦਿਨ ਬਦਿਨ ਇਹਨਾਂ ਦੀ ਬਿਰਤੀ ਸਿਮਰਨ ਧਿਆਨ ਵਿੱਚ ਬਹੁਤ ਰਸੀ ਰਹਿਣ ਲੱਗੀ ਤੇ ਕਈ ਦਿਨ ਸਮਾਧੀ ਲਾ ਕੇ ਬੈਠੇ ਰਹਿੰਦੇ। ਇਹਨਾਂ ਦੀ ਇਤਨੀ ਬੈਠਕ ਤੇ ਪੱਕੀ ਸਮਾਧੀ ਨੂੰ ਅਨੁਭਵ ਕਰਕੇ ਆਪ ਦੇ ਛੋਟੇ ਭਰਾਤਾ ਸ਼੍ਰੀ ਮੋਹਰੀ ਜੀ ਨੇ ਆਪ ਨੂੰ ਚੁਬਾਰਾ ਬਣਾ ਦਿੱਤਾ, ਜਿੱਥੇ ਇਕਾਂਤ ਬੈਠੇ ਇਹ ਨਾਮ ਮਹਾਰਸ ਪੀਂਦੇ ਰਿਹਾ ਕਰਦੇ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਸ਼੍ਰੀ ਗੁਰੂ ਅਮਰਦਾਸ ਜੀ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦੀ ਗੱਡੀ ਹੋਈ ਦਾਤਣ ਅੱਜ ਵੀ ਬਾਰਠ ਸਾਹਿਬ ਵਿਖੇ ਇੱਕ ਬੇਰੀ ਦੇ ਰੂਪ ਵਿੱਚ ਸੁਸ਼ੋਭਿਤ ਹੈ, ਜੋ ਸਮਾਂ ਪਾ ਕੇ ਜੰਮ ਆਈ ਤੇ ਆਪ ਦੇ ਪਵਿੱਤਰ ਹੱਥਾਂ ਦੀ ਨਿਸ਼ਾਨੀ ਬਾਰਠ ਵਿੱਚ ਭਾਰੀ ਬੇਰੀ ਦਾ ਬ੍ਰਿਛ ਹੋਇਆ, ਜਿੱਥੇ ਕਿ ਬਾਬਾ ਜੀ ਦਾ ਪੂਜਨੀਕ ਸਥਾਨ ਹੁਣ ਤੱਕ ਗੁਰਦੁਆਰਾ ਸਾਹਿਬ ਵੀ ਕਾਇਮ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ।
ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।